ਮਾਜ਼ੀ ਦੇ ਵਿੱਚ ਜ਼ਿੰਦਾ ਰਹਿਣ ਵਾਲੀਆਂ ਕੌਮਾਂ ਦਾ ਕੋਈ ਮੁਸਤਕਬਲ ਨਹੀਂ ਹੁੰਦਾ। ਸਾਡੇ ਮਜ਼ਹਬੀ ਤਬਕੇ ਨੇ ਸਾਨੂੰ ਇਸਲਾਮ ਦੀ ਸ਼ਾਨਦਾਰ ਤਾਰੀਖ ਪੜ੍ਹ ਕੇ ਸੁਣਾਈ, ਇਸਲਾਮ ਦੇ ਵਾਕਿਆਤ ਸੁਣਾਏ, ਲੇਕਿਨ ਉਹਨਾਂ ਨੇ ਸਾਨੂੰ ਇਹ ਨਹੀਂ ਦੱਸਿਆ ਕਿ ਮੌਜੂਦਾ ਦੌਰ ਦੇ ਵਿੱਚ ਮੁਸਲਮਾਨਾਂ ਦਾ ਕਤਲੇਆਮ ਕਿਉਂ ਹੋ ਰਿਹਾ, ਮੁਸਲਮਾਨ ਕਮਜ਼ੋਰ ਕਿਉਂ ਆ, ਮੁਸਲਮਾਨਾਂ ਦੇ ਮੁਲਕਾਂ ਦੇ ਵਿੱਚ ਅਫਰਾ ਤਫਰੀ ਕਿਉਂ ਆ, ਮੁਸਲਮਾਨ ਮੁਮਾਲਕ ਜਿਹੜੇ ਕਰਜ਼ਿਆਂ 'ਚ ਕਿਉਂ ਡੁੱਬੇ ਪਿਆ, ਯਹੂਦ ਨਸਾਰਾ ਦੇ ਇਸ਼ਾਰਿਆਂ ਦੇ ਉੱਤੇ ਕਿਉਂ ਨੱਚ ਰਿਹਾ, ਇਹਨਾਂ ਦੀ ਕੀ ਵਜੂਹਾਤ ਆ। ਇਸਲਾਮ ਦੀ ਇੱਕ ਸ਼ਾਨਦਾਰ ਤਾਰੀਖ ਆ, ਇਹ 'ਚ ਕੋਈ ਸ਼ੱਕ ਨਹੀਂ, ਲੇਕਿਨ ਮੌਜੂਦਾ ਦੌਰ ਦੇ ਵਿੱਚ ਮੁਸਲਮਾਨ ਪਿਸੇ ਹੋਏ ਆ, ਮੁਸਲਮਾਨ ਯਹੂਦੋ ਨਸਾਰਾ ਦੇ ਇਸ਼ਾਰਿਆਂ 'ਤੇ ਨੱਚ ਰਿਹਾ, ਇਹ ਵੀ ਇੱਕ ਹਕੀਕਤ ਆ। ਲੇਕਿਨ ਮਜ਼ਹਬੀ ਤਬਕੇ ਨੇ ਇਸੇ ਜਿਹੜੇ ਮੁਸਲਿਮ ਬਾਦਸ਼ਾਹ ਵਾ, ਹੁਕਮਰਾਨ ਆ, ਨਾਮ ਨਹਾਦ ਜਮਹੂਰੀਅਤ ਦੇ ਅਲਮਬਰਦਾਰ ਆ, ਮਜ਼ਹਬੀ ਤਬਕੇ ਨੇ ਇਹਨਾਂ ਦੀਆਂ ਕਰਤੂਤਾਂ ਦੇ ਉੱਤੇ ਪਰਦੇ ਪਾਏ ਆ। ਮੈਂ ਤੁਹਾਨੂੰ ਇਹ ਕਹਿਣਾ ਕਿ ਦੇਖੋ, ਹੁਣ ਤੁਸੀਂ ਗੌਰ ਕਰੋ ਇਸ ਚੀਜ਼ 'ਤੇ ਕਿ ਡੋਨਲਡ ਟਰੰਪ ਨੇ ਪੀਸ ਦਾ ਜਿਹੜਾ ਇੱਕ ਬੋਰਡ ਬਣਾਇਆ, ਇੱਕ ਨਾਮ ਨਹਾਦ ਇੱਕ ਬੋਰਡ ਬਣਾਤਾ ਕਿ ਗਜ਼ਾ ਦੇ ਵਿੱਚ ਅਸੀਂ ਅਮਨ ਲੈ ਕੇ ਆਉਣਾ, ਲੇਕਿਨ ਪੂਰੀ ਦੁਨੀਆ ਜਾਣਦੀ ਆ ਕਿ ਇਹ ਫਲਸਤੀਨ ਦੇ ਮੁਸਲਮਾਨਾਂ ਨੂੰ ਗੈਰ ਮੁਸੱਲਾ ਕਰਨਾ ਵਾ ਔਰ ਇਸਰਾਈਲ ਨੂੰ ਵਧਾਉਣਾ ਵਾ। ਲੇਕਿਨ ਮੁਸਲਿਮ ਜਿਹੜੇ ਮਮਾਲਿਕ ਆ ਉਹਨਾਂ ਨੇ ਇਹਨੂੰ ਜੁਆਇਨ ਕਰ ਲਿਆ। ਲੇਕਿਨ ਦੁੱਖ ਦੀ ਗੱਲ ਇਹ ਹੈ ਕਿ ਇਹੀ ਮੁਸਲਿਮ ਹੁਕਮਰਾਨ ਜਿਹੜੇ ਇਹਨਾਂ ਨੇ ਆਪਦੇ ਮੁਲਕਾਂ ਦੇ ਵਿੱਚ ਆਵਾਮ ਨੂੰ ਇਹ ਦੱਸਿਆ ਕਿ ਅਸੀਂ ਫਲਸਤੀਨ ਦੇ ਹਕੂਕ ਵਾਸਤੇ ਜੰਗ ਲੜ ਰਹੇ ਹਾਂ। ਅਸੀਂ ਤੇ ਆਪਦਾ ਬਚਪਨ ਜਿਹੜਾ ਉਹ ਇਹੀ ਚੀਜ਼ਾਂ ਸੁਣ ਕੇ ਜਵਾਨ ਹੋਏ ਕਿ ਅਸੀਂ ਕਸ਼ਮੀਰ ਫਤਹ ਕਰ ਲੈਣਾ, ਫਲਸਤੀਨ ਦੇ ਲੋਕਾਂ ਨੂੰ ਆਜ਼ਾਦੀ ਦਿਲਾਉਣੀ ਆ। ਲੇਕਿਨ ਹੁਣ ਤੁਸੀਂ ਦੇਖ ਲਓ ਕਿ ਇਹ ਸਾਡਾ ਮਜ਼ਹਬੀ ਤਬਕਾ ਖਾਸ ਤੌਰ 'ਤੇ ਇਹ ਬਿਲਕੁਲ ਖਾਮੋਸ਼ ਆ, ਕਿਤੇ ਕੋਈ ਮਜ਼ਾਮਤ ਨਹੀਂ। ਇਮਰਾਨ ਖਾਨ ਦੇ ਦੌਰ ਦੇ ਵਿੱਚ ਕੋਈ ਝੂਠੀ ਖਬਰ ਆਉਂਦੀ ਸੀ ਨਾ, ਤੇ ਇਹੀ ਮਜ਼ਹਬੀ ਤਬਕਾ ਸੜਕਾਂ 'ਤੇ ਆ ਜਾਂਦਾ ਸੀ ਕਿ ਇਹ ਜੀ ਯਹੂਦੀ ਏਜੰਟ ਆ। ਤੇ ਹੁਣ ਜਿਨ੍ਹਾਂ ਨੇ ਐਕਚੁਅਲ ਡੋਨਲਡ ਟਰੰਪ ਦੇ ਨਾਲ ਬਹਿ ਕੇ ਇਸ ਪੀਸ ਬੋਰਡ ਦੇ ਵਿੱਚ ਸਾਈਨ ਕਰਤੇ, ਇਹਨਾਂ ਦੇ ਨਾਲ ਮਿਲ ਗਏ, ਮੁਆਹਦੇ ਹੋ ਗਏ, ਅੰਦਰ ਖਾਤੇ ਫਲਸਤੀਨ ਨੂੰ ਇਹਨਾਂ ਨੇ ਮਤਲਬ ਇਹ ਆ ਕਿ ਗੈਰ ਮੁਸੱਲਾ ਕਰਨ ਵਾਸਤੇ ਰਜ਼ਾਮੰਦੀ ਦਾ ਇਜ਼ਹਾਰ ਕਰਤਾ, ਤੇ ਇਹਦੇ 'ਤੇ ਸਾਡਾ ਮਜ਼ਹਬੀ ਤਬਕਾ ਖਾਮੋਸ਼ ਆ। ਇਹ ਕਿੱਡੀ ਵੱਡੀ ਮੁਨਾਫਕਤ ਆ। ਸਾਡੇ ਸਹਾਫੀ 2 ਨੰਬਰ ਨਹੀਂ, ਸਾਡੇ ਸਿਆਸਤਦਾਨ ਜਾਂ ਸਾਡੇ ਅਦਾਰਿਆਂ 'ਚ ਬੈਠੇ ਅਫਸਰ 2 ਨੰਬਰ ਨਹੀਂ, ਬਲਕਿ ਯਕੀਨ ਕਰੋ ਕਿ ਮੈਜੋਰਟੀ ਸਾਡੇ ਮਜ਼ਹਬੀ ਤਬਕੇ ਦੀ ਉਹ ਵੀ 2 ਨੰਬਰ ਹੀ ਹੈ ਕਿ ਸੱਚ ਗੱਲ ਕਿਸੇ ਨੂੰ ਦੱਸਦੇ ਹੀ ਨਹੀਂ, ਸੱਚਾਈ ਕਿਸੇ ਨੂੰ ਬਿਆਨ ਹੀ ਨਹੀਂ ਕਰਦੇ। ਲੋਕਾਂ ਦੇ ਦਿਮਾਗਾਂ 'ਚ ਇਹ ਭਰਿਆ ਆ ਵੀ ਇੱਕ ਫਾਸਿਕ ਫਾਜਰ ਕੋਈ ਵੀ ਜਿਹੜਾ ਹੁਕਮਰਾਨ ਬਣ ਜਾਵੇ ਤੇ ਬਸ ਠੀਕ ਆ, ਨਿਜ਼ਾਮ ਚੱਲਣ ਦਿਓ, ਤੁਸੀਂ ਉਹਦੀ ਬੈਅਤ ਕਰ ਲਓ। ਹਾਲਾਂਕਿ ਇਹ ਚੀਜ਼ ਹੁਸੈਨੀਅਤ ਦੇ ਖਿਲਾਫ ਆ। ਯਜ਼ੀਦੀਅਤ ਤੇ ਇਹ ਕੰਮ ਕਰ ਸਕਦੇ ਯਜ਼ੀਦ ਦੇ ਪੈਰੋਕਾਰ, ਲੇਕਿਨ ਮੌਲਾ ਇਮਾਮ ਹੁਸੈਨ ਇਸਲਾਮ ਦੇ ਜਿਹੜੇ ਸੱਚੇ ਪੈਰੋਕਾਰ ਆ ਉਹ ਐਕਸੈਪਟ ਨਹੀਂ ਕਰ ਸਕਦੇ। ਜਾਂ ਤੁਸੀਂ ਹੱਕ ਤੇ ਖੜੇ ਹੀ ਨਹੀਂ ਹੋਣਾ ਤੇ ਫਿਰ ਕੀ ਫਾਇਦਾ। ਜਾਂ ਤੁਸੀਂ ਹੱਕ ਦੇ ਉੱਤੇ ਖੜੇ ਹੋ ਕੇ ਕੋਈ ਕੋਸ਼ਿਸ਼ ਹੀ ਨਹੀਂ ਕਰਨੀ, ਜਾਂ ਤੁਹਾਨੂੰ ਹੱਕ ਤੇ ਬਾਤਲ ਦੇ ਵਿੱਚ ਫਰਕ ਦਾ ਹੀ ਨਹੀਂ ਪਤਾ, ਤੇ ਫਿਰ ਕਾਹਦੀ ਮੁਸਲਮਾਨੀ ਹੈਗੀ ਆ। ਕਿ ਸਾਨੂੰ ਚੂਰਨ ਇਹ ਵੇਚਿਆ ਗਿਆ ਵੀ ਅਸੀਂ ਫਲਸਤੀਨ ਨੂੰ ਜੀ ਆਜ਼ਾਦ ਕਰਾਉਣਾ, ਉਹਨਾਂ ਦੇ ਹਕੂਕ ਵਾਸਤੇ ਅਸੀਂ ਖੜੇ ਹੋਣਾ, ਫਲਸਤੀਨ ਦੀ ਇੱਕ ਅਲੱਗਾ ਰਿਆਸਤ ਬਣੂਗੀ। ਲੇਕਿਨ ਹੁਣ ਦੇਖ ਲਓ ਤੁਸੀਂ, ਨਾਮ ਨਹਾਦ ਮੁਸਲਿਮ ਹੁਕਮਰਾਨ ਜਿਹੜੇ ਆ ਇਹ ਜਨਾਬ ਉਹ ਡੋਨਲਡ ਟਰੰਪ ਦੇ ਨਾਲ ਮਿਲ ਗਿਆ ਜਾ ਕੇ, ਔਰ ਜਾ ਕੇ ਕਹਿ ਰਿਹਾ ਦੇਖੋ ਜੀ ਕਿ ਅਸੀਂ ਇਹ ਪੀਸ ਬੋਰਡ ਜਿਹੜਾ ਬਣ ਗਿਆ, ਯਾਨੀ ਹਮਾਸ ਨੂੰ ਜਾਂ ਦੂਸਰੇ ਤਨਜ਼ੀਮਾਂ ਜਿਹੜੀਆਂ ਉੱਥੇ ਮਾੜੀ ਮੋਟੀ ਕੋਈ ਮਜ਼ਾਮਤ ਕਰ ਰਹੀਆਂ ਉਹਨਾਂ ਨੂੰ ਗੈਰ ਮੁਸੱਲਾ ਕਰਨਾ ਵਾ, ਤੇ ਇਹਨੂੰ ਸਾਰਾ ਢਾਹ ਢੂ ਕੇ ਰੀਬਿਲਡ ਕਰਾਂਗੇ, ਤੇ ਕੋਈ ਪਤਾ ਨਹੀਂ ਫਲਸਤੀਨੀਆਂ ਨੂੰ ਕਿੱਥੇ ਇਹਨਾਂ ਨੇ ਕੱਢਣਾ ਵਾ, ਕੀ ਉਹਨਾਂ ਦਾ ਹਸ਼ਰ ਕਰਨਾ ਵਾ, ਤੇ ਫਲਸਤੀਨ ਦਾ ਕੀ ਬਣਨਾ ਕੀ ਨਹੀਂ ਬਣਨਾ। ਤੇ ਇਹ ਮੁਸਲਿਮ ਹੁਕਮਰਾਨ ਜਿਹੜੇ ਆ, ਮੈਨੂੰ ਦੁੱਖ ਇਸ ਗੱਲ ਦਾ ਕਿ ਇਹਨਾਂ ਨੇ ਜੀ ਲੋਕਾਂ ਨੂੰ ਇਹੀ ਦੱਸਿਆ ਕਿ ਅਸੀਂ ਜੀ ਫਲਸਤੀਨ ਦੀ ਅਲੱਗਾ ਰਿਆਸਤ ਚਾਹੁੰਦੇ ਹਾਂ, ਯਹੂਦੋ ਨਸਾਰਾ ਮੁਸਲਮਾਨਾਂ ਦੇ ਦੋਸਤ ਨਹੀਂ ਬਣ ਸਕਦੇ, ਇਹ ਤਾਂ ਕੁਰਾਨ ਪਾਕ 'ਚ ਲਿਖਿਆ ਆ। ਔਰ ਇਹਨਾਂ ਨੇ ਇਸ ਗੱਲ ਨੂੰ ਯੂਜ਼ ਕਰਕੇ ਕਿੰਨੇ ਸਾਲ ਮੁਸਲਮਾਨਾਂ ਨੂੰ ਇਸੇ ਚੀਜ਼ ਦੇ ਮਗਰ ਲਾਈ ਰੱਖਿਆ ਵੀ ਜਲਸੇ ਜਲੂਸ ਨਾਰੇ। ਪਾਕਿਸਤਾਨ ਦੇ ਵਿੱਚ ਕੋਈ ਮਾੜਾ ਜਿਹਾ ਬੰਦਾ ਗੱਲ ਕਰਦਾ ਇਹ ਜੀ ਯਹੂਦੀਆਂ ਦਾ ਏਜੰਟ ਆ, ਤੇ ਉਹਨੂੰ ਜਨਾਬ ਲੈ ਦੇ ਕੇ ਉਹਦੇ ਮਗਰ ਪੈ ਜਾਂਦਾ ਸਾਡਾ ਮਜ਼ਹਬੀ ਤਬਕਾ। ਤੇ ਹੁਣ ਕਿਉਂ ਖਾਮੋਸ਼ ਆ, ਹੁਣ ਕਿਉਂ ਮੁਨਾਫਕਤ ਕਰ ਰਿਹਾ ਆ। ਉਹ ਬਿਆਨ ਵੀ ਇੱਦਾਂ ਦੇ ਦੇ ਰਹੇ ਆ ਜਿਹਦੇ ਮਾੜੀ ਮੋਟੀ ਜਿਹੜੇ ਨਾ ਹੋਮਿਓਪੈਥਿਕ ਟਾਈਪ ਜਿਹਦਾ ਕੋਈ ਸਾਈਡ ਇਫੈਕਟ ਨਾ ਹੋਵੇ। ਇਹ ਮੁਨਾਫਕਤ ਖਾ ਗਈ ਸਾਡੇ ਮੁਆਸ਼ਰੇ ਨੂੰ ਕਿ ਦੇਖੋ ਹੁਣ ਜਿਨ੍ਹਾਂ ਨੇ ਐਕਚੁਅਲ ਡੀਲ ਕਰ ਲਈ ਆ, ਕਿਆ ਸ਼ਰਨ ਅਸੀਂ ਉਹਨਾਂ ਨੂੰ ਯਹੂਦੀ ਏਜੰਟ ਕਹਿ ਸਕਦੇ ਹਾਂ? ਉਲਮਾ ਕਰਾਮ ਨੂੰ ਦੱਸਣਾ ਚਾਹੀਦਾ। ਔਰ ਜਿਹੜੇ ਉਲਮਾ ਹੱਕ ਆ ਉਹ ਹਰ ਦੌਰ ਦੇ ਵਿੱਚ ਖੜੇ ਹੋਏ ਆ ਜ਼ਾਲਮਾਂ ਦੇ ਸਾਹਮਣੇ, ਲੇਕਿਨ ਉਲਮਾ ਸੂ ਜਿਹੜੇ ਆ ਉਹਨਾਂ ਦੀ ਤੇ ਹਿਸਟਰੀ ਆ ਕਿ ਉਹਨਾਂ ਨੇ ਆਪਦੇ ਮਫਾਦਾਤ ਦੇਖੇ ਆ, ਵਕਤ ਦੇ ਹੁਕਮਰਾਨਾਂ ਦੇ ਨਾਲ ਰਲ ਕੇ ਐਸ਼ੋ ਇਸ਼ਰਤ ਕੀਤੀ ਆ, ਤੇ ਹੱਕ ਸੱਚ ਤੋਂ ਕੋਸੋਂ ਦੂਰ ਰਹੇ ਆ।